ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ हम संतन की रेन प्यारे, हम संतन की शरणा, हम संतन की शरणा। संत हमारी ओट सतानी, संत हमारा गहना, संत हमारी ओट सतानी, संत हमारा गहना। ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਡੰਡੌਤ ਬੰਦਨਾ ਅਣਖ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। नमस्कार गुरुदेव को, सतनाम पढ़ मंत्र समाया। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਚਰਨ ਸਾਧ ਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਅਣਕ ਬਿਗਣ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤਹਿ ਪਾਇਆ। ਮਹਾਂਪੁਰਸ਼ਾਂ ਦੀ ਸੰਗਤ ਦੀ ਵਡਿਆਈ, ਅਨੇਕਾਂ ਵਿਘਨਾਂ ਤੋਂ ਰੱਖਿਆ ਕਰਦੀ। ਮੁਸ਼ਕਿਲ ਆਉਣ ਤੋਂ ਪਹਿਲੋਂ ਖੜੇ ਹੁੰਦੇ। ਸੱਜਣ ਨੂੰ ਗੁਰੂ ਸਾਹਿਬ ਨੇ ਕਿਹਾ ਸੀ, ਸੱਜਣਾ ਸੱਜਣ ਉਹ ਬਣਾ
ਜਿਹੜੇ ਸੱਜਣ ਇਸ ਦੁਨੀਆ 'ਚ ਵੀ ਕੰਮ ਆਉਣ, ਅੱਗੇ ਵੀ ਆਉਣ। ਜਿੱਥੇ ਕੋਈ ਮੁਸ਼ਕਲ ਬਣੇ, ਸਾਡੇ ਸੱਜਣ ਖੜੇ ਹੋਣ ਉੱਥੇ, ਸੱਚੇ ਸੱਜਣ। ਇਹ ਨਾ ਆਖੀ ਸੱਜਣ ਪੜ੍ਹੇ, ਸੱਜਣ ਸਹੀ ਨਾਲ ਜੋ। ਉਹਨੇ ਕਿਹਾ ਫਿਰ ਮਹਾਰਾਜ ਤੁਹਾਡੇ ਤੋਂ ਵੱਡਾ ਕਿਹੜਾ ਸੱਜਣ ਹੈ? ਮੈਂ ਤੁਹਾਨੂੰ ਹੀ ਆਪਦੇ ਸੱਜਣ ਬਣਾਉਣਾ। ਅੱਗੇ ਉਹ ਸੱਜਣ ਬਣ ਕੇ ਲੋਕਾਂ ਨੂੰ ਮਾਰਦਾ ਸੀ, ਲੁੱਟਦਾ ਸੀ। ਅੱਜ ਗੁਰੂ ਸਾਹਿਬ ਨੇ ਸੱਚਾ ਸੱਜਣ ਬਣਾਤਾ। ਜਾ ਰਹੇ ਸੀ ਮਹਾਰਾਜ ਦੁਨੀਆ ਨੂੰ ਤਾਰਨ, ਪਹਿਲੋਂ ਇਸੇ ਦੇ ਕੋਲ ਹੀ ਗਏ ਸੱਜਣ ਠਾਕੁਰ। ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਦੇ ਕੋਲ ਉਚਾਰਿਆ। ਉਜਲ ਕਿਹਾ ਚਿਲਕਮਾ, ਉਜਲ ਕਿਹਾ ਚਿਲਕਣਾ, ਘੋਟਮ ਕਾਲੜੀ ਮਸ। ਕਹਿੰਦੇ ਉਤੋਂ ਦਾ ਚਿੱਟਾ, ਬੜਾ ਹੀ ਚਿੱਟਾ ਹੈ, ਪਰ ਅੰਦਰੋਂ ਬੜਾ ਕਾਲਾ ਸ਼ਾ। ਉਹ ਬਾਹਰੋਂ ਬਣਿਆ ਸੀ, ਦੁਨੀਆ ਨਹੀਂ ਜਾਣਦੀ ਸੀ, ਬਾਬਾ ਨਾਨਕ ਜੀ ਜਾਣਦੇ ਸੀ। ਆਖਿਆ ਬਾਬਾ ਨਾਨਕ ਜਿਹੜੇ ਤੇਰੇ ਬੁਰੀ ਮੰਗਦੇ ਆ, ਜਿਹੜੇ ਤੇਰੀ ਬੁਰੀ ਕਰਦੇ ਆ, ਤੂੰ ਉਹਨਾਂ ਨਾਲ ਉਸ ਦੇ ਉਲਟਾ ਭਲਾ ਕਰਦਾ। ਕਹਿੰਦੇ ਨੇ ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਤਾਂ ਰੱਬ ਦਾ ਪਿਆਰਾ ਹੈ ਨਾ, ਫਿਰ ਪਰਉਪਕਾਰ ਵਾਲਾ ਹੀ ਰੱਖੇ, ਆਪਦਾ ਗੁਣ ਨਾ ਛੱਡੇ, ਕੋਈ ਮਾੜਾ ਵੀ ਕਰੇ। ਮਹਾਂਪੁਰਖਾਂ ਦੀ ਕਥਾ ਸੁਣਾਉਂਦੇ ਆ ਕਿ ਬਿਸ਼ੂਏ ਨੂੰ ਪਾਣੀ 'ਚ ਡਿੱਗੇ ਹੋਏ ਨੂੰ ਕੱਢਦੇ ਆ, ਉਹ ਮਾਰਦਾ ਡੰਗ, ਉਹਦਾ ਸੁਭਾਅ ਹੈ। ਮਹਾਂਪੁਰਸ਼ ਪਰਉਪਕਾਰੀ। ਦੂਜੀ ਵਾਰੀ ਹੱਥ ਲਾਇਆ, ਫਿਰ ਮਾਰਿਆ ਡੰਗ। ਤੀਜੀ ਵਾਰੀ ਫਿਰ ਫੜਿਆ ਤੇ ਡੰਗ ਮਾਰਿਆ। ਕਹਿੰਦੇ ਮਹਾਤਮਾ ਜੀ ਇਹ ਤੁਹਾਨੂੰ ਡੰਗ ਮਾਰਦਾ ਹੈ, ਤੁਸੀਂ ਫਿਰ ਇਹਨੂੰ ਬਾਹਰ ਕੱਢਣ ਲਈ ਤਰਸਦੇ ਹੋ। ਇੰਨੀ ਘਟੀਆ ਚੀਜ਼ ਨੂੰ ਡੁੱਬਣ ਦਿਓ, ਰੁੜਨ ਦਿਓ। ਕਹਿੰਦੇ ਭਾਈ ਇਹਦਾ ਕੰਮ ਹੈ ਡੰਗ ਮਾਰਨਾ, ਸਾਡਾ ਕੰਮ ਹੈ ਤਾਰਨਾ ਡੁੱਬੇ ਨੂੰ। ਜੇ ਅਸੀਂ ਹਾਰ ਗਏ ਫਿਰ ਸਾਡਾ ਧਰਮ ਗਿਆ, ਜੇ ਇਹ ਹਾਰ ਗਿਆ ਤੇ ਇਹਦਾ ਧਰਮ ਗਿਆ। ਇਹਨੂੰ ਕਰਨ ਦਿਓ ਆਪਦਾ ਕੰਮ, ਇਹਦਾ ਕੰਮ ਹੀ। ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਹਰ ਜਨ ਰਾਮ ਨਾਮ ਗੁਣ ਗਾਵੇ। ਹਰੀ ਦਾ ਸੇਵਕ ਰਾਮ ਰਾਮ ਦੇ ਗੁਣ ਗਾਵੇ, ਪਰ ਕਦੀ ਵੀ ਆਪਣਾ ਪਰਉਪਕਾਰ ਵਾਲਾ ਸੁਭਾਅ ਨਾ ਛੱਡੇ, ਆਪਦਾ ਗੁਣ ਨਾ ਗਵਾਵੇ। ਕੋਈ ਕਿੰਨਾ ਮਾੜਾ ਕਰੇ, ਕਿੰਨਾ ਬੁਰਾ ਕਰੇ, ਫਰੀਦਾ ਬੁਰੇ ਦਾ ਭਲਾ ਕਰ। ਪੜੋ
ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ। ਫਰੀਦਾ ਬੁਰੇ ਦਾ ਭਲਾ ਕਰ, 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 ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਢਾਏ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ। ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ। ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਮਨ ਨਾ ਹੰਢਾਏ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ, ਪੱਲੇ ਸਭ ਕਿਛ ਪਾਏ। ਇੱਥੇ ਮਾੜੇ ਦਾ ਚੰਗਾ ਕਰ। ਜੇ ਤੂੰ ਅਕਲ ਲਤੀਫ ਹੈ, ਜੇ ਸਿਆਣਾ ਹੈ ਨਾ, ਤੇ ਕਾਲੇ ਅਕਸ਼ਰ ਨਾ ਆਪਦੇ ਲਿਖੀ, ਤੇ ਦੋਸ਼ ਕਿਸੇ ਵਿੱਚ ਨਾ ਕੱਢੀ, ਦੋਸ਼ ਆਪਣੇ ਵਿੱਚ, ਆਪਦੇ ਵਿੱਚ ਹੀ ਦੋਸ਼, ਫਿਰ ਦੋਸ਼ ਨਹੀਂ। ਸੁਖ ਹੈ ਦਾਤੇ ਹੋ ਵਿਛੜੀ ਬੁਰਿਆ, ਮੇਰੇ ਗੁਰੂ ਦਾ ਕੋਈ ਦੋਸ਼ ਨਹੀਂ, ਮੈਂ ਆਪਦੇ ਗੁਨਾਹਾਂ ਕਰਕੇ ਵਿਛੜੀ, ਮੇਰੇ ਵਿੱਚ ਔਗਣ, ਉਹਦੇ ਵਿੱਚ ਕੋਈ ਦੋਸ਼ ਨਹੀਂ। ਮੇਰੇ ਮਾੜੇ ਕਰਮ ਲਾਗੇ, ਜਿਨ੍ਹਾਂ ਨੇ ਗੁਰੂ ਤੋਂ ਵਿਛੋੜਿਆ, ਸੰਗਤ ਤੋਂ ਦੂਰ ਕੀਤੀ। ਕਹਿੰਦੇ ਮਿਲ ਕੇ ਰਹੀਏ ਸੰਗਤ ਵਿੱਚ, ਜਿਵੇਂ ਮੱਖੀ ਨਾਲ ਮੱਖੀ ਜੁੜ ਕੇ ਬੈਠੀ ਏ, ਕਿਸੇ ਪੱਖ 'ਚ ਲੜਦੀ ਨਹੀਂ। ਸ਼ਹਿਦ ਦੀ ਡੂਮਣੇ ਦੀ ਮੱਖੀ, ਮੱਖੀ ਮੱਖੀ ਦੇ ਨਾਲ
ਖਹਿੰਦੀ ਪਈ ਪਰ ਕਦੀ ਵੀ ਨਹੀਂ ਲੜਦੀ। ਤੂੰ ਵੀ ਨਾ ਕਰ ਕੋਈ ਵਾਦਾ, ਕਾਟਾ ਕੋਈ ਉੱਚਾ ਨੀਵਾਂ ਨਾ ਬੋਲ। ਮੱਖੀਆਂ ਵਾਂਗੂ ਮਿਲ ਕੇ ਰਹੇ, ਸਤ ਸੰਗਤ ਮਿਲ ਰਹੀ ਏ ਮਾਧੋ। ਜੈਸੇ ਮਦਪ ਮਖੀਰ ਨਾ ਲੜਿਆ ਗਿਆ ਭੈਣਾਂ ਭਰਾਵਾਂ ਦੇ ਨਾਲ। ਸੰਗਤ ਵਿੱਚ ਕਿਹੋ ਜਿਹਾ ਵੀ ਕੋਈ ਹੋਵੇ, ਲੜਨਾ ਭਿੜਨਾ ਨਹੀਂ। ਜਿਹੜਾ ਸੰਗਤ ਵਿੱਚ ਨਹੀਂ ਸਮਾ ਸਕਦਾ ਉਹ ਗੁਰੂ ਨਾਨਕ ਦੇ ਘਰ ਰਹਿ ਨਹੀਂ ਸਕਦਾ। ਕਿਆ ਹੈ ਮੇਰੇ ਦਿਆਲ ਪ੍ਰਭੂ ਜੀ, ਮੇਰੇ ਤੇ ਦਿਆਲ ਹੋਵੋ, ਮਿਹਰਬਾਨ ਹੋਵੋ। ਮੈਨੂੰ ਸੰਤਾਂ ਦੀ ਧਰਮਸ਼ਾਲਾ ਵਿੱਚ, ਸੰਤਾਂ ਦੇ ਕੋਲ ਥੋੜੀ ਜੀ ਥਾਂ ਦੇ ਦੇ। ਮੈਂ ਨਿਰਗੁਣ ਦੀਚੇ ਥਾਉ ਸੰਤ ਧਰਮਸ਼ਾਲੀ। ਮੈਨੂੰ ਥੋੜੀ ਜਿਹੀ ਥਾਂ ਦੇ ਦੇ। ਕਹਿੰਦੇ ਕੋਈ ਬਾਣੀਆਂ ਪਾਰ ਚੱਕੀ ਹਾਰ ਗਿਆ, ਉੱਤੋਂ ਜੰਗਲ ਵੀ ਆ ਬਾਣ, ਸੱਪ ਦਾ, ਸ਼ੇਰ ਦਾ, ਜੰਗਲੀ ਜਾਨਵਰਾਂ ਦਾ ਡਰ, ਚੋਰ ਲਟੇਰਿਆਂ ਦਾ। ਮਹਾਂਪੁਰਸ਼ਾਂ ਦੀ ਨਿਗਾਹ ਪਈ, ਨਿਗਾਹ ਪਈ ਸੰਤਾਂ ਦੀ। ਬਈ ਇਹ ਜੰਗਲ ਬੜਾ ਭਿਆਨਕ ਹੈ, ਚੋਰ ਲਟੇਰਿਆ ਤੇਰੇ ਕੋਲ ਧਨ ਮਾਲ। ਕਹਿੰਦਾ ਜੀ ਮੈਂ ਕਰਾਂ ਕਿ ਮੈਂ ਭਾਰ ਨਹੀਂ ਚੱਕ ਸਕਦਾ, ਚੱਲ ਨਹੀਂ ਸਕਦਾ, ਮਜ਼ਦੂਰ ਕੋਈ ਮਿਲ ਨਹੀਂ ਸਕਦਾ, ਕੋਈ ਮੈਨੂੰ ਛੱਡ ਆਵੇ। ਸੰਤ ਕਹਿੰਦੇ ਵੀ ਅਸੀਂ ਛੱਡ ਆਵਾਂਗੇ, ਸਾਡੀ ਵੀ ਮਜ਼ਦੂਰੀ, ਸਾਡੀ ਮਜ਼ਦੂਰੀ ਹਰੀ ਦੀ ਕਥਾ, ਹਰੀ ਦਾ ਨਾਮ। ਉਹ ਸਾਨੂੰ ਚਾਹੀਦਾ, ਤੇਰਾ ਸਮਾਨ ਅਸੀਂ ਛੱਡ ਆਉਣੇ। ਸਾਨੂੰ ਪਰਮਾਤਮਾ ਦੀ, ਰੱਬ ਦੀ ਗੱਲ ਚਾਹੀਦੀ ਹੈ। ਕੋਈ ਸੁਣਾਵੇ, ਮੈਂ ਚਰਨ ਧੋ ਧੋ ਕੇ ਪੀਵਾਂ, ਕੋਈ ਕਥਾ ਸੁਣਾਵੇ, ਕੋਈ ਪਾਠ ਸੁਣਾਵੇ, ਮੇਰੇ ਗੁਰੂ ਦੀ ਗੱਲ ਸੁਣਾਵੇ। ਮੈਂ ਉਹਦੇ ਚਰਨ ਧੋ ਧੋ ਕੇ ਪੀਵਾਂ। ਜਿਹੜਾ ਮੈਨੂੰ ਗੁਰੂ ਦੀ ਗੱਲ, ਗੁਰੂ ਦਾ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ, ਜੋ ਆਪ ਜਪੇ ਅਵਰੇ ਨਾਮ ਨਾ ਪਾਵੇ। ਕੋਈ ਸੁਣਾਵੇ, ਮੇਰਾ ਭਾਈ ਹੈ, ਮੇਰਾ ਵੀਰ, ਸੋ ਭਾਈ ਸੋ ਮੇਰਾ ਵੀਰ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਬਾਣੀਆਂ ਕਹਿੰਦਾ ਜੀ ਮੈਂ ਤਾਂ ਮਾਇਆ ਧਾਰੀ ਹਾਂ, ਮਾਇਆ ਨਾਲ ਮੋਹ ਕਰਨ ਵਾਲਾ ਸੰਤ ਜੀ। ਮੈਨੂੰ ਕੋਈ ਕਥਾ ਨਹੀਂ ਆਉਂਦੀ ਰੱਬ ਦੀ, ਕੋਈ ਮੈਂ ਇਸ ਤੋਂ ਹੀ ਨਾ। ਕਹਿਣ ਲੱਗੇ ਸੁਣਨ ਦਾ ਵੀ ਓਨਾ ਪੁੰਨ ਨਹੀਂ, ਸੁਣਾਉਣ ਦਾ ਵੀ ਓਨਾ। ਤੂੰ ਸੁਣ ਤਾਂ ਲਏਗਾ ਨਾ। ਕਹਿੰਦਾ ਜੀ ਮੈਂ ਬੜੇ ਪਿਆਰ ਨਾਲ ਤੁਹਾਡੀਆਂ ਗੱਲਾਂ, ਤੁਹਾਡੀ ਕਥਾ ਸੁਣਾਂਗਾ। ਸੰਤ ਕਹਿਣ ਲੱਗੇ ਫਿਰ ਸਾਡੀ ਭੇਟਾ ਮਿਲ ਗਈ, ਸਾਡੇ ਕੋਲ ਕੋਈ ਰੱਬ ਦੀ ਗੱਲ ਸੁਣ ਲਵੇ, ਕੋਈ ਰੱਬ ਨਾਲ ਜੁੜ ਜਾਵੇ, ਸਾਨੂੰ ਮਿਲ ਗਿਆ ਸਭ ਕੁਝ।
ਤੂੰ ਜਿੰਨਾ ਟਾਈਮ ਲੱਗਣਾ ਹੈ ਤੂੰ ਸਾਡੇ ਤੋਂ ਕਥਾ ਸੁਣਦਾ ਜਾ। ਸਮਾਨ ਚੱਕ ਲਿਆ, ਕਥਾ ਸੁਣਾਉਂਦੇ ਗਏ, ਉਹ ਸੁਣਦਾ ਗਿਆ। 4 ਘੜੀਆਂ ਬੀਤ ਗਈਆਂ। ਘਰੇ ਜਾ ਕੇ ਸਮਾਨ ਰੱਖਿਆ ਕਿ ਸੇਠਾ ਤੂੰ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਮਾਇਆ ਦੇ ਧੰਦੇ ਕੀਤੇ ਆ। ਮਰਨ ਤੋਂ ਬਾਅਦ ਹਿਸਾਬ ਕਿਤਾਬ ਹੋਣੇ ਤੇਰੇ। ਪਰ ਉਸ ਸਮੇਂ ਆ 4 ਘੜੀਆਂ ਜ਼ਰੂਰ ਤੈਨੂੰ ਫਲ ਮਿਲੇ। ਅਸੀਂ ਤੇਰੇ ਤੋਂ ਪਹਿਲੋਂ ਹੀ ਅੱਗੇ ਖੜੇ ਹੋਵਾਂਗੇ। ਤੂੰ ਇਹਦਾ ਫਲ ਲੈਣਾ ਹੈ, ਸੰਤਾਂ ਦੀ ਪੁਰੀਆਂ ਦੇ ਦਰਸ਼ਨ। ਸਵਰਗ ਨਾ ਮੰਗੀ, ਕਹੀਂ ਜੀ ਮੈਨੂੰ ਸੰਤਾਂ ਦੀਆਂ ਪੁਰੀਆਂ ਦੇ ਦਰਸ਼ਨ ਕਰਾ ਦਿਓ। ਆਖੋ ਸਹੀ, ਇਹਦਾ ਬਹੁਤ ਫਲ ਮਿਲਦਾ ਹੈ। ਕੋਈ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਪਹੁੰਚ ਕੇ ਉੱਥੋਂ ਦੇ ਦਰਸ਼ਨ ਕਰੀ। ਜ਼ਰੂਰੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵੀ ਜਾ ਆਉਂਦੇ ਸੀ। ਦਾਸ ਦਾ ਵੀ ਮੁੜ ਤੋਂ ਲੈ ਕੇ ਕਿ ਕੋਈ ਟਕਸਾਲ ਹੋਵੇ, ਕੋਈ ਅਸਥਾਨ ਹੋਵੇ ਮਹਾਂਪੁਰਖਾਂ ਦਾ, ਉੱਥੇ ਜਾ ਕੇ ਦਰਸ਼ਨ ਦਿਦਾਰੇ ਕਰੋ, ਉੱਥੋਂ ਦੇ ਰੰਗ ਸਾਰੇ ਦੇਖੋ ਪਰਮੇਸ਼ਰ ਦੇ, ਉੱਥੋਂ ਦੀ ਧੂੜ ਲਵੋ। ਸਾਧੂਆਂ ਦੇ ਸਥਾਨਾਂ ਦੇ ਤਪ ਸਥਾਨਾਂ ਤੇ ਜਾ ਕੇ ਦਰਸ਼ਨ ਦਿਦਾਰੇ ਕਰਨੇ, ਧੂੜੀ ਲੈਣੀ, ਬੜੇ ਭਾਗ ਹੁੰਦੇ। ਇੱਕ ਮਹਾਂਪੁਰਸ਼ਾਂ ਨੂੰ ਕੈਂਸਰ ਸੀ ਦਿਮਾਗ ਦੇ ਵਿੱਚ। ਅਸੀਂ ਬੜੇ ਭਲੇ ਪੁਰਸ਼ ਵੈਦ ਸੀ ਜੈਪੁਰ, ਉਹਨਾਂ ਕੋਲ ਜਾਈਦਾ। ਕਹਿਣ ਲੱਗੇ ਵੀ ਉਹ ਦਵਾਈ ਬੂਟੀਆਂ ਦਿੰਦੇ ਸੀ ਸਭ। ਕਹਿੰਦੇ ਸੀ ਫਲਾਣੇ ਮਹਾਂਪੁਰਸ਼ ਨੇ, ਉਹਨਾਂ ਨੂੰ ਕੈਂਸਰ ਹੈ ਦਿਮਾਗ 'ਚ। ਅੰਦਰ ਹੀ ਸੇਵਾਦਾਰ ਲਈ ਫਿਰਦੇ, ਬਚਨ ਨਹੀਂ ਕੋਈ ਕਰਦਾ। ਅਸੀਂ ਉਹਨਾਂ ਦੇ ਸਾਰੇ ਡੇਰੇ ਦੇ ਦਰਸ਼ਨ ਕੀਤੇ। ਜਿੱਥੇ ਉਹ ਬਹਿ ਕੇ ਪੋਥੀਆਂ ਪੜ੍ਹਦੇ ਸੀ, ਉੱਥੇ ਗੁਰੂ ਨਾਨਕ ਦੀ ਬਾਣੀ ਦੀਆਂ ਪੋਥੀਆਂ ਵੀ ਸੀ। ਮਹਾਂਪੁਰਸ਼ ਜੀ ਅਧਿਐਨ ਕਰਦੇ ਨੇ, ਪੜ੍ਹਦੇ ਨੇ, ਫਿਰ ਸਾਰੇ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਕਥਾਵਾਂ ਪੜ੍ਹਦੇ ਆ। ਕੀ ਗੁਣ। ਪੁਰਾਣੇ ਸਮੇਂ 'ਚ ਕੋਈ ਸੇਵਾਦਾਰ ਦੂਜੇ ਸੰਤਾਂ ਕੋਲ ਜਾਂਦਾ ਸੀ ਨਾ, ਉਹ ਪੁੱਛਦੇ ਸੀ ਵੀ ਸੰਤ ਕਿੰਨੇ ਵਜੇ ਉੱਠਦੇ, ਕਿੰਨਾ ਨਿਤਨੇਮ ਕਰਦੇ ਆ, ਕਿੰਨੇ ਸੇਵਾਦਾਰ ਕੀ ਪਰਪਕਾਰ ਕਰਦੇ ਆ, ਕਿੰਨੇ ਕੁ ਤਿਆਗੀ ਵਿਰਾਗੀ ਨੇ, ਕਿੰਨੇ ਕੁ ਜਪੀ ਤਪੀ ਹੱਠ ਵਾਲੇ ਆ। ਗੁਣ ਸੁਣੋ, ਸੁਣ ਸੁਣ ਕੇ ਗੁਣ ਸਾਡੇ ਹਿਰਦੇ 'ਚ ਆਉਣਗੇ। ਭਲਿਆਂ ਦੇ ਸੰਗ ਲੱਗਿਆਂ ਮੇਰੀ ਝੋਲੀ ਫੁੱਲ ਪਏ ਨੇ, ਬੁਰਿਆਂ ਦੇ ਸੰਗ ਲੱਗਿਆਂ ਪਿਛਲੇ ਵੀ ਡੁੱਲ ਗਏ। ਇੱਕ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਫੁੱਲ ਪੈਂਦੇ ਝੋਲੀ। ਜਿੱਥੇ ਵੀ ਜਾਓ ਨਿਮਾਣੇ ਹੋ ਕੇ ਜਾਓ, ਗਰੀਬ ਬਣ ਕੇ ਜਾਓ। ਸਾਧੂਆਂ ਦਾ ਘਰ ਰੱਬ ਦਾ ਘਰ ਹੈ। ਆਖੋ ਉੱਥੇ ਪਰਮੇਸ਼ਰ ਵਰਤਦਾ ਹੈ। ਕੋਈ ਮਿਲਣਾ ਹੀ ਨਹੀਂ। ਸਾਡੇ ਦੁੱਖ ਦੂਰ ਹੋਣੇ।
ਅਸੀਂ ਫਿਰ ਦਰਸ਼ਨ ਕੀਤੇ। ਉਹ ਕੋਈ ਬਚਨ ਨਹੀਂ ਕਰਦੇ ਸੀ। ਮੈਂ ਉਹਨਾਂ ਨੂੰ ਮੱਥਾ ਟੇਕਿਆ ਜਦੋਂ ਆਏ ਕੁਰਸੀ ਤੇ ਲੈ ਕੇ। ਹੁਣ ਉਹ ਕੋਈ ਬਚਨ ਨਹੀਂ ਕਰਦੇ ਸੀ। ਨਾਲ ਮੇਰੇ ਵੈਦ ਮਦਨ ਗੋਪਾਲ ਜੀ ਜੈਪੁਰ ਵਾਲੇ, ਮੈਂ ਨਮਸਕਾਰ ਕੀਤੀ। ਜ਼ਰੂਰ ਸਾਧੂ ਨੂੰ ਰੱਬ ਦਾ ਬੰਦਾ ਹੈ। ਫਕੀਰ ਨਾ ਹਿੰਦੂ ਨਾ ਮੁਸਲਮਾਨ, ਕੋਈ ਜਾਤ ਨਹੀਂ ਹੁੰਦੀ ਮਹਾਂਪੁਰਸ਼ਾਂ ਦੀ, ਫਕਰਾਂ ਦੀ। ਬਹੁਤ ਹੱਸੇ, ਬਹੁਤ ਹੱਸੇ। ਜਦੋਂ ਮੱਥਾ ਟੇਕਿਆ ਬਹੁਤ ਹੀ ਹੱਸੇ। ਉਹਨਾਂ ਸੇਵਕ ਦੱਸ ਰਹੇ ਵੀ ਇਸ ਤਰ੍ਹਾਂ ਮਹਾਂਪੁਰਸ਼ ਕਿਤੇ ਹੱਸਦੇ ਨਹੀਂ। ਅੱਜ ਵੇਖ ਕੇ ਹੱਸੀ ਗਏ, ਹੱਸੀ ਗਏ। ਉਹਨਾਂ ਦੀ ਮੁਸਕਾਨ ਦੇ ਵਿੱਚ ਹੀ ਸਾਰਾ ਕੁਝ ਹੈ। ਦਰਸ਼ਨ ਕਰਨ ਦੇ ਨਾਲ ਕਹਿੰਦੇ ਫਲ ਮਿਲਦੇ ਨੇ। ਜਿਨ੍ਹਾਂ ਨਾਮ ਜਪਿਆ, ਬਾਣੀ ਪੜ੍ਹੀ, ਗੁਰੂ ਨੂੰ ਮੰਨਿਆ, ਉਹਨਾਂ ਦੇ ਦਰਸ਼ਨ ਭਲੇ ਨੇ। ਭਾਵਨਾ ਨਾਲ ਜਾਓ, ਖੁਸ਼ੀਆਂ ਮਿਲਦੀਆਂ, ਬਖਸ਼ਿਸ਼ਾਂ ਮਿਲਦੀਆਂ। ਬਾਬਾ ਜੀ ਪੁੱਛੋ ਵਾਲਿਆਂ ਕੋਲ ਕੋਈ ਇੱਕ ਵਾਰੀ ਵੀ ਆਇਆ? ਜਦੋਂ ਵੀ ਆਇਆ ਬਾਬਾ ਜੀ ਕਹਿੰਦੇ ਸੀ ਜਿਹੜਾ ਸਾਡੇ ਕੋਲ ਭੇਜਦਾ ਹੈ ਨਾ, ਰੱਬ ਭੇਜਦਾ ਹੈ। ਸਾਡੀ ਫਿਰ ਡਿਊਟੀ ਹੈ, ਜੇ ਨਾ ਕਰੀਏ ਪੂਰੀ ਤੇ ਸਾਨੂੰ ਵੀ ਪੁੱਛ-ਗਿੱਛ ਹੁੰਦੀ। ਹਾਸੀ ਹਰ ਆਏ ਦੀ ਸੁਣਨੀ, ਸੁਣ ਕੇ ਜੋ ਵੀ ਹੋਏ ਕਰਨਾ। ਇਹ ਸਾਡੀ ਪਰਮਾਤਮਾ ਨੇ ਡਿਊਟੀ ਲਾਈ। ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ ਕੋਈ ਵੀ ਸਾਧੂ ਆਉਂਦਾ ਸੀ, ਬਾਬਾ ਜੀ ਸਭ ਦੀਆਂ ਮਨਸਾਂ ਪੂਰੀਆਂ ਕਰਦੇ। ਸਾਧੂ ਦੀ ਸੰਗਤ ਸਭ ਤੋਂ ਵੱਡੀ ਮੰਨੀ ਗਈ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਸੰਗਤ ਦੇ ਵਿੱਚ ਸਮਾ ਜਾ, ਸੰਗਤ ਦੇ ਵਿੱਚ ਪਤਾ ਹੀ ਨਾ ਲੱਗੇ, ਤੂੰ ਬੋਝ ਹੀ ਨਾ ਬਣੇ ਕਿਸੇ ਦਾ। ਮਿਲ ਕੇ ਰਹੋ ਸੰਗਤ ਦੇ ਵਿੱਚ, ਸੇਵਾ ਕਰ, ਪਾਠ ਕਰ, ਨਿਤਨੇਮ ਕਰ। ਬਾਹਰ ਦੀਆਂ ਗੱਲਾਂ ਛੱਡ ਦੇ, ਈਰਖਾ, ਦਵੈਸ਼, ਦੁਬਦਾ, ਮੇਰ ਤੇਰ, ਚਤਰਾਈਆਂ ਸਾਰੀਆਂ ਛੱਡ ਦੇ। ਸੰਗਤ ਵਿੱਚ ਨੀਵਾਂ ਹੋ ਕੇ ਰਹੇ। ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਮਿਲ ਕੇ ਰਹੀਏ ਸੰਗਤਾਂ ਦੀ, ਸੰਤਾਂ ਦੀ ਸੰਗਤ ਦੇ ਵਿੱਚ। ਸਾਡਾ ਭਲਾ ਹੀ ਭਲਾ ਹੈ। ਮਹਾਂਪੁਰਸ਼ਾਂ ਨੇ ਕਿਹਾ ਇਹ 4 ਘੜੀਆਂ ਦਾ ਫਲ ਮਿਲੇਗਾ ਸੰਤਾਂ ਦੀ ਪੁਰੀਆਂ ਦੇ ਦਰਸ਼ਨ ਮੰਗਣੇ। ਇਹ ਵਿਚਾਰ ਸੀ ਵੀ ਕਿਸੇ ਵੀ ਮਹਾਂਪੁਰਸ਼ ਤੋਂ, ਸਾਧੂ ਸੰਤ ਤੋਂ, ਕਿਸੇ ਵੀ ਧਰਮ ਦਾ ਹੋਵੇ, ਨੱਕ ਮੂੰਹ ਨਾ ਵੱਟੋ, ਦਰਸ਼ਨ ਕਰ ਲਓ। ਉਹ ਨਿਰਵੈਰ ਨੇ, ਜਿਹੜੀ ਵੀ ਕਿਰਪਾ ਉਹਨਾਂ ਕਰਨੀ ਕਰ ਦੇਣੀ।
ਕਿਰਪਾ ਦਾ ਕਿਣਕਾ ਹੀ ਹੁੰਦਾ ਹੈ, ਕਿਰਪਾ ਕਟਾ ਖਬਰ ਲੋਕ ਕੀਨੋ ਦਾਸ ਕਾ ਦੁਖ ਵਿਦਾਰਾ। ਐਵੇਂ ਕਟਾ ਕਿਣਕਾ ਮਾਤਰ ਕਿਰਪਾ ਕੀਤੀ, ਪਰ ਮੇਰੇ ਤਾਂ ਦੁੱਖ ਹੀ ਚਲੇ ਗਏ। ਇੱਕ ਕਿਣਕਾ ਮਰ ਕਿਰਪਾ ਨਾਲ, ਕਿਣਕਾ ਮਾਤਰ ਵਕਤ ਨਾ ਗਵਾਓ। ਬੰਦਗੀ ਵਾਲਿਆਂ ਦੇ ਸ਼ਿਵ ਜੀ ਮਹਾਰਾਜ ਨੇ ਥੇ ਦੇ ਉੱਤੇ ਮੱਥਾ ਟੇਕਿਆ, ਕੋਈ ਵੀ ਨਹੀਂ। ਪਾਰਵਤੀ ਨੇ ਦੇਖਿਆ ਕੋਈ ਮੰਦਿਰ ਹੋਏਗਾ, ਕੋਈ ਸਾਧੂ ਸੰਤ ਹੋਏਗਾ, ਕੋਈ ਅਸਥਾਨ ਹੋਏਗਾ, ਨਹੀਂ। ਫਿਰ ਮੱਥਾ ਟੇਕਿਆ, ਕੋਈ ਅਸਥਾਨ ਨਹੀਂ, ਕੋਈ ਮੰਦਿਰ ਨਹੀਂ। ਮਹਾਰਾਜ ਵੀ ਮੈਨੂੰ ਭਰਮ ਹੈ, ਇਹ ਤੁਸੀਂ ਕਿਉਂ ਕੀਤਾ? ਮੱਥਾ ਟੇਕਣ ਦਾ ਕਾਰਨ ਕੀ? ਪਾਰਵਤੀ ਹਜ਼ਾਰਾਂ ਸਾਲ ਪਹਿਲਾਂ ਇੱਥੇ ਕੋਈ ਰੱਬ ਦਾ ਪਿਆਰਾ ਬੈਠਿਆ ਸੀ, ਉਹਨੇ ਰਾਮ ਨਾਮ ਦੇ ਗੁਣ ਗਾਏ ਸੀ ਸਾਰੀ ਉਮਰ, ਤੇ ਧਰਤੀ ਪਵਿੱਤਰ ਹੋ ਗਈ। ਐਸੀ ਪਵਿੱਤਰ ਧਰਤੀ ਦੀ ਬੇਅਦਬੀ ਨਹੀਂ ਕਰਨੀ, ਮੱਥਾ ਟੇਕ ਕੇ ਸਤਿਕਾਰ ਕਰਨਾ। ਸਿਰ ਨਵਾਵੇ, ਜਿਹੜੇ ਸਿਰ ਨਹੀਂ ਨਵਾਉਂਦੇ ਉਹਨਾਂ ਦੀ ਧੌਣਾਂ 'ਚ ਕਿੱਲੀਆਂ ਠੋਕਦੀਆਂ, ਹੰਕਾਰੀਆਂ ਨਿੰਦਕਾਂ ਪਿੱਠਦੇ। ਦੂਜੀ ਵਾਰੀ ਮਹਾਰਾਜ ਕਿਉਂ ਟੇਕਿਆ? ਇੱਥੇ ਬਹੁਤ ਬਰਸਾਂ ਸਦੀਆਂ ਬਾਅਦ ਸਾਧੂਆਂ ਨੇ ਆਣ ਕੇ ਬਹਿਣਾ ਰੱਬ ਦੇ ਪਿਆਰੇ, ਉਹਨੇ ਭਗਤੀ ਕਰਨੀ। ਇਹ ਥਾਂ ਉਹਨਾਂ ਵਾਸਤੇ ਉਹ ਬੈਠਣਗੇ ਜਿੱਥੇ ਬਹਿਣਾ ਆਣ ਕੇ ਹਜ਼ਾਰਾਂ ਸਾਲ ਬਾਅਦ, ਉਹ ਵੀ ਪਵਿੱਤਰ। ਜਿੱਥੇ ਕਹਿੰਦੇ ਜੀ ਇੰਨੇ ਸਾਲ ਇਹ ਜੇ ਪਵਿੱਤਰ ਹੀ ਹੈ। ਕਹਿੰਦੇ ਜਿੱਥੇ ਬੰਦਗੀ ਵਾਲੇ ਬੈਠੇ ਹੋਣ, ਉਹ ਹਜ਼ਾਰਾਂ ਲੱਖਾਂ ਸਾਲ ਪਵਿੱਤਰ ਰਹਿੰਦੀ ਹੈ। ਦੁਨੀਆ ਦੇ ਨੀਚ ਮਨੁੱਖ ਉਹਨੂੰ ਬਦਨਾਮ ਕਰਦੇ ਆ, ਪਰ ਸਾਧੂਆਂ ਨੇ ਉਸ ਨੂੰ ਪਵਿੱਤਰ ਕੀਤਾ ਹੋਇਆ। ਕੋਈ ਮਾੜਾ ਠਹਿਰ ਵੀ ਨਹੀਂ ਸਕਦਾ ਬੰਦਗੀ ਵਾਲੀ ਜਗ੍ਹਾ ਤੇ, ਉਹਨਾਂ ਦੀ ਪ੍ਰਤਾਪ ਹੀ ਹੈ। ਬਾਬੇ ਮਾਨ ਨਾਮ ਸਿੰਘ ਜੀ ਦੇ ਸਥਾਨ ਦਾ ਅੱਜ ਵੀ ਪ੍ਰਤਾਪ, ਦੂਣਾ ਚੌਣਾ ਪ੍ਰਤਾਪ। ਉਹਨਾਂ ਦੇ ਆਪਦੇ ਸਥਾਨ ਉਹ ਆਪ ਬਣਾ ਰਹੇ ਨੇ, ਮਹਿਲ ਆਪਦੇ ਆਪ ਤਿਆਰ ਕਰਦੇ ਪਏ ਨੇ। ਭਾਗਾਂ ਵਾਲੇ ਜਿਹੜੇ ਉਸ ਮਹਿਲਾਂ 'ਚ ਸੇਵਾ ਕਰਦੇ। ਬਾਬਾ ਮਾਨ ਨਾਮ ਸਿੰਘ ਜੀ ਕਹਿੰਦੇ ਰਾਜਾ ਇੱਥੇ ਮਹਿਲ ਖੜਾ ਕਰ ਦੇ, ਆ ਟਿੱਲਾ ਸਾਹਿਬ ਤੇ ਮਹਿਲ ਵਿਸਾਰ। ਉਹਨੇ ਕਿਹਾ ਜੀ ਮੇਰੇ ਵੱਸ ਦੀ ਗੱਲ ਨਹੀਂ, ਇਹ ਸਰੋਵਰ ਦੀ ਸੇਵਾ ਕਰ। ਕਹਿਣ ਲੱਗੇ ਬਹੁਤ ਵੱਡੀ ਸੇਵਾ, ਜਿੰਦੇ ਤੋਂ ਨਿਰੰਕਾਰ ਕਰਾਏਗਾ ਉਹ ਕਰੇਗਾ, ਪਰ ਤੂੰ ਨਹੀਂ ਕੀਤੀ, ਕਰਨ ਵਾਲੇ ਵੀ ਆ ਜਾਣਗੇ। ਆਖੋ ਸੀ ਵਾਹਿਗੁਰੂ। ਆਪ ਰੱਬ ਸੇਵਾ ਲਏਗਾ ਨਿਰੰਕਾਰ। ਇਹ ਸੇਵਾ ਬਹੁਤ ਵੱਡੀ ਹੈ। ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ। ਕੋਈ ਇੱਟਾਂ ਦੀ ਸੇਵਾ, ਸੀਮੈਂਟ ਦੀ, ਕੋਈ ਮਿਸਤਰੀ ਦੀ, ਕੋਈ ਸੋਨੇ ਚਾਂਦੀ ਦੀ, ਕੋਈ ਕਢਾਈ ਦੀ, ਕੋਈ ਸੰਤਾਂ ਦੀ। ਇਸ ਪੁਰੀ ਦੀ ਸੇਵਾ ਨਿਰੰਕਾਰ ਦੀ ਦਰਗਾਹ ਵਿੱਚ ਹੋ ਰਹੀ ਹੈ।
ਮਹਾਰਾਣੀ ਨੇ ਛੋਟਾ ਜਿਹਾ ਮਹਿਲ ਬਣਾਇਆ ਸੀ। ਬਾਬਾ ਜੀ ਨੇ ਉਹਨੂੰ ਦਰਗਾਹ ਵਿੱਚ ਦਿਖਾਤਾ ਸੀ ਵੀ ਆਹ ਵੇਖ, ਤੂੰ ਤਾਂ ਹੁਣ ਬਣਾਇਆ, ਤੇਰਾ ਮਹਿਲ ਤਿਆਰ ਹੋਇਆ। ਭਾਵ ਸੀ ਕਿ ਇੱਥੋਂ ਦੀ ਸੇਵਾ ਕੀਤੀ ਦਰਗਾਹ ਵਿੱਚ ਖੜੀ। ਜਿਹੜੇ ਵੀ ਕਰਨਗੇ ਉੱਚੋ ਸਾਹਿਬ ਅਸਥਾਨ ਮਹਾਂਪੁਰਖ ਬਾਬਾ ਮਾਹਰ ਨਾਮ ਸਿੰਘ ਦੀ ਸੇਵਾ, ਉਹਨਾਂ ਦੀਆਂ ਦਰਗਾਹ ਵਿੱਚ ਖੜੀਆਂ ਹੋਣਗੀਆਂ। ਬਾਬਾ ਕੁੰਨਨ ਸਿੰਘ ਜੀ ਮਹਾਰਾਜ ਦੇ ਹੱਥੋਂ ਸੇਵਾ ਸ਼ੁਰੂ ਕਰਵਾਈ ਸੀ ਬਾਬਾ ਖੇਮ ਸਿੰਘ ਜੀ ਨੇ ਕਿ ਅਸੀਂ ਤਿਆਗੀ ਵਿਰਾਗੀ ਰਹੇ ਹਾਂ, ਸਾਰੀ ਉਮਰ ਕੋਈ ਕੰਮ ਸੇਵਾ ਇਹੋ ਜਿਹੀਆਂ ਕਰਾਈਆਂ ਨਹੀਂ, ਸਾਨੂੰ ਪਤਾ ਨਹੀਂ। ਕਹਿੰਦੇ ਕਲੇਰਾਂ ਵਾਲੇ ਬਾਬਾ ਕੁੰਨਨ ਸਿੰਘ ਜੀ ਉਹ ਸਰੋਵਰ ਬਣਾਉਂਦੇ ਆ, ਸੇਵਾ ਕਰਾਉਂਦੇ ਆ, ਉਹਨਾਂ ਕੋਲ ਬੇਨਤੀ ਕਰੋ। ਬਾਬਾ ਜੀ ਨੇ ਕਿਹਾ ਸਾਡੇ ਬਹੁਤ ਵੱਡੇ ਭਾਗ, ਜੇ ਸਾਨੂੰ ਪੁੱਛੋ ਸਥਾਨ ਦੀ ਸੇਵਾ ਮਿਲਦੀ ਨਾ, ਕੋਈ ਮਿਸਤਰੀ ਵੀ, ਸੰਗਤ ਵੀ, ਸਮਾਨ ਵੀ, ਮਾਇਆ ਵੀ, ਸਭ ਸਾਰੀ ਸੇਵਾ ਬਾਬਾ ਜੀ ਲੈਣ ਸਾਡੇ ਤੋਂ। ਬਾਬਾ ਜੀ ਨੇ ਫਿਰ ਸਾਰੀ ਸੇਵਾ ਸਰੋਵਰ ਦੇ ਵਿੱਚ ਮਾਇਆ ਨਾਲ, ਮਿਸਤਰੀਆਂ ਨਾਲ, ਵਿੱਚ ਹੀ ਦਾਸ ਦੀ ਡਿਊਟੀ ਲੱਗ ਗਈ ਕਿ ਤੂੰ ਸੰਗਤ ਲੈ ਕੇ ਜਾਣੀ ਹਰੇਕ ਵੀਰਵਾਰ ਤੇ ਬੁੱਧ ਐਤਵਾਰ, 2 ਹਫ਼ਤੇ ਦੇ ਦਿਨ ਸੇਵਾ ਸੰਗਤ ਲੈ ਕੇ ਜਾਣੀ। ਬਸ ਬਾਬਾ ਜੀ ਦੀ ਨਿਗਾਹ ਪੈ ਗਈ, ਉਹਨਾਂ ਨੇ ਸੇਵਾ ਕਰਦੇ ਨੂੰ ਆਪਣਾ ਬਣਾ ਲਿਆ। ਆਖੋ ਸੀ ਦੇਖ ਕੇ ਆਪਣੇ ਦਰਬਾਰ ਦੀ ਸੇਵਾ ਪੁੱਛੋ ਵਾਲੇ ਬਾਬਾ ਜੀ ਨੇ, ਬਾਬਾ ਮਾਹਰ ਨਾਮ ਸਿੰਘ ਜੀ ਨੇ ਨਿਗਾਹ ਪਾ ਕੇ ਆਪਣਾ ਬਣਾ ਲਿਆ। ਬਾਬਾ ਜੀ ਭੇਜਦੇ ਸੀ 2 ਵਾਰੀ, ਤੇ ਬਾਬਾ ਜੀ ਕਹਿੰਦੇ ਸੀ ਜਿਹੜਾ ਪ੍ਰਸ਼ਾਦ ਮਿਲਦਾ ਪੁੱਛੋ ਦਾ ਕਿਣਕਾ ਮਣਾ ਬਰਾਬਰ ਹੀ, ਉੱਥੋਂ ਕਿਣਕਾ ਮਿਲ ਜੇ ਕਬੂਲ ਦੇ। ਬਹੁਤ ਵੱਡਾ ਸਥਾਨ। ਕਿਸੇ ਸੇਵਕ ਨੇ ਆਉਣਾ, ਮਹਾਂਪੁਰਸ਼ਾਂ ਨੇ ਪ੍ਰਸ਼ਾਦ ਬਣਾ ਕੇ ਦੇਣਾ। ਬਾਬਾ ਕੁੰਨਨ ਸਿੰਘ ਜੀ ਨੇ ਮੱਥੇ ਨੂੰ ਲਾ ਕੇ ਸਤਿਕਾਰ ਨਾਲ ਛਕਣਾ, ਪੁੱਛੋ ਦਾ ਕਿਣਕਾ। ਬਹੁਤ ਜ਼ਿਆਦਾ ਪੁੱਛੋ ਦੇ ਪ੍ਰਸ਼ਾਦ ਦੀ ਕਦਰ ਕਰਦੇ ਸੀ। ਧੰਨ ਬਾਬਾ ਕੁੰਨਨ ਸਿੰਘ ਜੀ। ਸੇਵਾ ਮਿਲਦਿਆਂ ਬੜੀ ਪ੍ਰਸੰਨ ਹੋ ਗਏ। ਸਭ ਕੋਈ ਇਧਰ ਨੂੰ ਲਾਉਂਦਾ, ਤੇਰੀ ਸੇਵਾ ਮਿਲੇ ਮੈਂ ਝੋਲੀ ਅੱਡ ਕੇ ਪਵਾਂ, ਬੋਲਾ ਲਾਲਾ ਤੇਰਾ ਮੈਨੂੰ ਹੁਕਮ ਫਰਮਾਓ। ਮੈਂ ਗੁਰਮੁਖ ਪੜ੍ਹ ਕੇ ਸੇਵਾ ਕਰਾਂਗਾ, ਮੈਨੂੰ ਸਮਝਾ ਦੇ। ਬਹੁਤ ਵੱਡੀ ਤੁਹਾਡੀ ਸੇਵਾ ਹੈ, ਦੇਵਤਿਆਂ ਦੀ ਕਰਨ ਵਾਲੀ। ਔਰ ਜੇ ਸਾਡੇ ਵਰਗਿਆਂ ਤੋਂ ਲਓਗੇ, ਅਸੀਂ ਕੁਰਬਾਨ ਜਾਂਦੇ ਹਾਂ ਪੁੰਨਾਂ ਨਾਲ। ਬਾਬਾ ਜੀ ਕਹਿੰਦੇ ਸੀ ਪੁੰਨਾਂ ਵਾਲੇ ਜੀਵ ਇੱਥੇ ਠਹਿਰਦੇ ਆ, ਜੇ ਪੁੰਨ ਮੁੱਕ ਜਾਣ ਉਹਨਾਂ ਦੇ, ਖਾ ਪੀ ਕੇ ਹੰਡਾ ਕੇ ਤੇ ਫਿਰ ਚਲੇ ਜਾਂਦੇ ਆ। ਬਿਰਲਾ ਕੋਈ ਗੁਰੂ ਪੀਰਾਂ ਦੇ ਕੋਲ ਠਹਿਰਦਾ ਜਿੰਦੇ ਤੋਂ ਆਪ ਸੇਵਾ ਲੈ। ਪਰ ਸਾਨੂੰ ਪਤਾ ਹੈ, ਅਸੀਂ ਬਾਬਾ ਕੁੰਨਨ ਸਿੰਘ ਜੀ ਨੂੰ ਵੇਖਿਆ, ਬਾਬਾ ਖੇਮ ਸਿੰਘ ਜੀ ਨੂੰ,
कि ये दर किन्ना कु वड्डा है, वो महापुरख दसदे सी। अस्थान किन्ना कु वड्डा है, इथों दी सेवा किन्नी कु वड्डी। जे किरपा कीती ते फिर अरदास करो भी हुण किरपा करी रखनी। आपदी सेवा बख्शी ते सिर ते हथ रख के सेवा लै। कर्मां वाले भागां वाले इन्ने वड्डे तपोस्थान ते 4 घड़ियां सत्संग करके संतां ने कहा तू बड़ा पाप कीते हैं, बड़े दोष ने तेरे ते, यमदूत मार दे कुड़दे लेके जाणगे, तेरियां घड़ियां 4 अगे खड़ियां होणगियां। संतां दी पुरियां दे दर्शन मंगे, दर्शन तार दे। बाबा जी दे घर दे मैं वडियाई कर रहा कि संतां दी पुरियां दे दर्शन पापी नूं यही साडी मजदूरी है भाई। कि रब दी गल सुन, समा आया मौत हुई, अगे गया, 4 घड़ियां सामने आईयां, कहंदे जा दर्शन कर आ। क्या जी मैनूं पुरियां दे दर्शन करा दो, इत्थे संतां दीयां पुरियां। इत्थे भी साधु महापुरुष सानूं लैके बैठे ने, अगे ज्ञान भी संभालणगे। आखो सी मित्र ओहे जिहड़े इत्थे भी ने, जिथे लेखा मंगीए बड़े उजल के हाशा तुमा पोटम काली मस तो ते मूल न उतरी जे सो तो वहां अगे पढ़ो। सज्जन से नाल में चलदिया नाल चलन, ओही सज्जन जे मिल जान किते नाल दरगाह च भी साडे नाल जाण। जिथे लेखा मंगीए तिथे खड़े दिसन। हर औखी घड़ी हर थां ते खड़े हो, हर वेले। वजीर करदा सी महापुरखां दी संगत, राजा नहीं करदा। महापुरुष कहंदे वजीर नूं भी भाई आ फलाणे दिन इन्नी तरीक नूं तू इत्थे राज दरबार च रवी, किते पासे चला जा। ते उस दिन आपदे बेटे नूं संदूख विच बंद करके धन दे बहाने राजे कोल रख दी भी ये धाने इंदे च होवे तेरा पुत्र विच। आपदे पुत्र नूं समझा के संदूख विच पा के एक दिन वास्ते रख दी, आप चला जाई पासे। इवें कीता। इधर राजे दी बेटी राजकुमारी ने सुती हुई सुपना आया ते मां नूं दस्सिया नींदरे विच कि मैनू वजीर दे मुंडे ने छेड़खानी कीती, हथ पाया, मैं अपना आप बचा के ये दस्सिया ना भी सुपना। राणी ने जदों राजा आया, राजे नूं दसता भी वजीर दे मुंडे ने हथ पाया अपनी लड़की बेटी नूं राजकुमारी। वजीर ने सवेरे जांदे ही हुक्म करता राजे ने
ਕਿ ਵਜ਼ੀਰ ਨੂੰ ਫਾਂਸੀ ਲਗਾ ਦੇ, ਪਰ ਕਹਿੰਦੇ ਵਜ਼ੀਰ ਹੈ ਨਹੀਂ ਕਿਤੇ, ਦਰਬਾਰ 'ਚ ਨਹੀਂ ਆਇਆ, ਘਰ ਵੀ ਨਹੀਂ ਹੈਗਾ। ਰਾਜੇ ਨੇ ਕਿਹਾ ਗੁਨਾਹ ਕਰਕੇ ਪਾਸੇ ਹੋ ਗਏ, ਵੀ ਮੈਨੂੰ ਸਜ਼ਾ ਮਿਲੇਗੀ ਪੁੱਤਰ ਦੀ ਗਲਤੀ। ਰਾਜਾ ਬੜਾ ਕਰੋਪ ਲੱਭੋ ਲਿਆਓ, ਨਹੀਂ ਮਿਲਿਆ। ਫਿਰ ਉਸ ਬੇਟੀ ਨੇ ਦੱਸਿਆ ਮਾਂ ਨੇ ਫਿਰ ਗੱਲ ਕੋਈ ਛੇੜੀ। ਉਹਨੇ ਦੱਸਿਆ ਮਾਂ ਮੈਨੂੰ ਸੁਪਨਾ ਆਇਆ। ਲੈ ਮੈਂ ਤਾਂ ਰਾਜੇ ਨੂੰ ਦੱਸਦਾ, ਰਾਜਾ ਪਤਾ ਨਹੀਂ ਕੀ ਕਰੇਗਾ, ਪਰ ਭਲੇ ਨੂੰ ਵਜ਼ੀਰ ਮਿਲਿਆ ਨਾ, ਨਹੀਂ ਤਾਂ ਫਾਂਸੀ ਸੀ। ਰਾਜੇ ਨੂੰ ਪਤਾ ਲੱਗਿਆ ਕਿ ਇਹ ਤਾਂ ਸੁਪਨਾ ਆਇਆ ਸੀ ਮੇਰੀ ਬੇਟੀ, ਤੇ ਚੰਗਾ ਹੋ ਗਿਆ ਵਜ਼ੀਰ ਤੇ ਇੰਨਾ ਵੱਡਾ ਦੋਸ਼ ਨਹੀਂ ਆਇਆ, ਉਹਨੂੰ ਫਾਂਸੀ ਨਹੀਂ ਲੱਗੀ, ਨਹੀਂ ਤਾਂ ਉਹਨੂੰ ਬੁਰੀ ਹੋਣੀ ਸੀ। ਵਜ਼ੀਰ ਨੂੰ ਬੁਲਾਇਆ ਵੀ ਬੁਲਾਓ। ਤਾਂ ਰਾਜੇ ਨੇ ਆਖਿਆ ਤੂੰ ਬਚ ਗਿਆ, ਪਾਸੇ ਨਹੀਂ ਸਾਹਮਣੇ ਆਇਆ, ਤੈਨੂੰ ਫਾਂਸੀ ਦਿੱਤੀ ਜਾਣੀ। ਕਹਿੰਦੇ ਜੀ ਮੈਨੂੰ ਮਹਾਂਪੁਰਸ਼ਾਂ ਨੇ ਕਿਹਾ ਸੀ ਤੂੰ ਇਸ ਦਿਨ ਰਾਜ ਦਰਬਾਰ ਵਿੱਚ ਰਹਿਣਾ ਨਹੀਂ, ਤੇਰੇ ਤੇ ਬੜਾ ਵੱਡਾ ਕੋਈ ਦੋਸ਼ ਇਸ ਦਿਨ। ਆਹ ਨੇ ਮਿੱਤਰ ਸੱਜਣ ਜਿਹੜੇ ਔਖਾ ਸਮਾਂ ਲੰਘਾ ਦੇਣ, ਕਿਸੇ ਤਰੀਕੇ ਲੰਘਾ ਦੇਣ। ਜਗ੍ਹਾ ਹੀ ਬਦਲਾ ਦੀ। ਕਹਿੰਦੇ ਜੀ ਜਿਹੜਾ ਮੈਂ ਸੰਦੂਕ ਰੱਖ ਕੇ ਗਿਆ ਉਹ ਮੈਂ ਆਪਦੇ ਬੇਟੇ ਨੂੰ ਪਾ ਕੇ ਗਿਆ। ਦੋਸ਼ ਬੇਟੇ ਤੇ ਹੀ ਆਇਆ ਨਾ, ਬੇਟਾ ਤਾਂ ਤੁਹਾਡੇ ਅੰਦਰ ਹੈ, ਸੰਦੂਕ 'ਚ ਪਿਆ ਕਿਵੇਂ ਗਲਤੀ ਕਰੇਗਾ? ਉਹ ਤਾਂ ਤੁਹਾਡੀ ਅੰਦਰ ਕੈਦ ਵਿੱਚ ਕੀ ਹੋਣਾ ਸੀ, ਜਿਹੜੀ ਉਹਨੂੰ ਕੈਦ ਹੋਣੀ ਸੀ, ਸਜ਼ਾ ਹੋਣੀ ਸੀ, ਫਾਂਸੀ ਦਿੱਤੀ ਜਾਣੀ ਸੀ, ਮਹਾਂਪੁਰਸ਼ਾਂ ਨੇ ਪਾਸੇ ਭੇਜ ਕੇ ਟਾਲ ਦਿੱਤੀ। ਮੁਸੀਬਤਾਂ ਲੰਘਾ ਦਿੰਦੇ ਆ ਮਹਾਂਪੁਰਖ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਰਾਜੇ ਇਸ ਗੱਲੋਂ ਅੰਧੇ ਹੁੰਦੇ, ਦੇਖਦੇ ਨਹੀਂ, ਪੂਰਾ ਪੜਤਾਲ ਨਹੀਂ ਕਰਦੇ, ਜੋ ਹੁਕਮ ਕਰਤਾ ਬਸ ਉਹ ਹੀ, ਕਿਸੇ ਦੀ ਸੁਣਨੀ ਨਹੀਂ। ਪਰ ਮਹਾਂਪੁਰਸ਼ਾਂ ਨੇ ਵਿਚਾਰਿਆ, ਨਹੀਂ ਤਾਂ ਵਜ਼ੀਰ ਦਾ ਸਭ ਕੁਝ ਨਸ਼ਟ ਹੋ ਜਾਣਾ ਸੀ। ਮਾੜੇ ਦਿਨ ਸੀ, ਦੋਸ਼ ਕਰਮ ਮਾੜੇ ਆ ਗਏ ਸੀ, ਭਾਵੇਂ ਝੂਠੀਆਂ ਸਜ਼ਾ ਮਿਲਣ, ਕੁਝ ਮਿਲਣ। ਬਾਬਾ ਜੀ ਕਹਿੰਦੇ ਸੀ ਜੋ ਤੈਨੂੰ ਸਜ਼ਾ ਮਿਲ ਰਹੀ ਹੈ ਨਾ ਭਾਈ, ਇਹ ਤੇਰੇ ਪਾਪਾਂ ਦੀ ਮਿਲ ਰਹੀ ਏ, ਇਹਨੂੰ ਕਿਸੇ ਤੇ ਨਾ ਮੜ। ਤੂੰ ਕਿਸੇ ਜਨਮ 'ਚ ਪਾਪ ਕੀਤੇ ਆ, ਤੇਰੇ ਅੱਗੇ ਆਇਆ, ਐਸ ਜਨਮ ਕੀਤੇ ਕਿਤੇ ਕੀਤੇ, ਬਿਨਾਂ ਕਸੂਰ ਤੋਂ ਸਜ਼ਾ ਨਹੀਂ ਮਿਲਦੀ। ਕਸੂਰ ਕਿਸੇ ਵੀ ਜਨਮ ਦਾ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ। ਸਾਰਾ ਦੋਸ਼ ਆਪਣੇ ਕਰਮਾਂ ਦਾ ਹੈ, ਕਿਸੇ ਦਾ ਦੋਸ਼ ਨਹੀਂ। ਫਿਰ ਦੋਸ਼ ਨਹੀਂ ਸੁਖ ਹੈ ਦਾਤੇ, ਹਉ ਵਿਛੜੀ ਬੁਰਿਆਰੇ। ਮੈਂ ਆਪਦੇ ਮਾੜੇ ਕਰਮਾਂ ਕਰਕੇ ਵਿਛੜੀ। ਮਹਾਂਪੁਰਸ਼ਾਂ ਨੇ ਕਿਹਾ ਵੀ ਸੰਤਾਂ ਦੀਆਂ ਪੁਰੀਆਂ ਲੈ ਗਏ, ਹਿਸਾਬ ਕਿਤਾਬ ਹੋਏ, ਆਪਦੇ ਦੂਤਾਂ ਨੂੰ ਕਹਿਣ ਲੱਗਾ ਧਰਮਰਾਜ ਨੂੰ ਸੰਤਾਂ ਦੀ ਪੁਰੀਆਂ 'ਚ ਜਾ ਕੇ ਛੱਡ ਆਓ, ਤੇ ਬਾਹਰ ਹੀ ਖੜਨਾ, ਅੰਦਰ ਨਹੀਂ ਜਾਣਾ।
ਤੈਨੂੰ ਕਹੋ 4 ਘੜੀਆਂ ਬਾਅਦ ਵਾਪਸ ਆ ਜਾ। ਸਾਰੇ ਦਰਸ਼ਨ ਕੀਤੇ। ਉਹ ਵੀ ਖੜੇ ਨੇ। ਕਹਿੰਦਾ ਜੀ ਮੇਰਾ ਟਾਈਮ ਹੋ ਗਿਆ, ਮੈਂ ਜਾਣਾ। ਸੰਤ ਕਹਿੰਦੇ ਬਹਿ ਜਾ, ਇੱਥੇ ਨਹੀਂ ਜਾਵੋਂਦੇ। ਹੁਣ ਇੱਥੇ ਰਹਿ ਕੇ ਰੱਬ ਦੇ ਗੁਣ ਗਾ, ਕੀਰਤਨ ਸੁਣ, ਕਥਾ ਸੁਣ। ਕਥਾ ਹੋ ਰਹੀ, ਕੀਰਤਨ ਹੋ ਰਿਹਾ ਹੈ, ਸਭ ਆਪਣੇ ਰੰਗ ਰੰਗ ਵਿੱਚ ਲੱਗੇ ਸੰਤਾਂ ਦੇ ਕੋਲ। ਗੁਣ ਗਾਉਂਦਿਆਂ ਰਾਤਾਂ ਲੰਘਣ, ਗੁਣ ਗਾਉਂਦਿਆਂ ਦਿਨ ਬਤੀਤ ਹੋਣ। ਆਨੰਦ ਮੰਗਣੇ। ਐਵੇਂ ਥੋੜਾ ਗਾਇਆ ਜਾਂਦਾ, ਖੁਸ਼ੀ ਨਾਲ ਗਾਇਆ ਜਾਂਦਾ। ਪਾਠ ਖੁਸ਼ੀ ਨਾਲ ਹੁੰਦੇ ਨੇ। ਖੁਸ਼ੀ ਨਾਲ ਪਾਠ ਕਰੀਏ, ਸੇਵਾ ਕਰੀਏ, ਕੀਰਤਨ ਕਰੀਏ, ਕੀਰਤਨ ਸੁਣੀਏ, ਸਿੱਖੀਏ, ਗਾਈਏ, ਕੁਝ ਵੀ ਕਰੋ। ਬਾਬਾ ਜੀ ਕਹਿੰਦੇ ਇਹ ਆਨੰਦ ਮੰਗਲ ਹੈ। ਜੈ ਜੈਕਾਰ। ਸੰਤਾਂ ਦੇ ਦੁਆਰੇ ਤੇ ਨਿੱਤੀ ਖੁਸ਼ੀਆਂ ਨੇ, ਨਿੱਤੀ ਬਖਸ਼ਿਸ਼ਾਂ। ਜਿਹੜੀਆਂ ਘੜੀਆਂ ਲੰਘ ਜਾਣ ਬੜੀਆਂ ਚੰਗੀਆਂ ਨੇ। ਦੁਨੀਆ ਦਾ ਨਰਕ ਹੈ ਸੰਸਾਰ। ਉਹ ਕਹਿੰਦਾ ਜੀ ਉੱਠਣਾ ਹੈ। ਸੰਤ ਕਹਿੰਦੇ ਨਹੀਂ। ਜਮਦੂਤ ਗਏ, ਕਹਿੰਦੇ ਮਹਾਰਾਜ ਉਹ ਨਹੀਂ ਆ ਰਿਹਾ, ਸਾਨੂੰ ਹੁਕਮ ਦਿਓ, ਅਸੀਂ ਮਾਰ ਕੇ ਉੱਥੋਂ ਲੈ ਆਉਣੇ ਕੁੱਟ ਕੇ। ਧਰਮਰਾਜ ਕਹਿੰਦਾ ਨਹੀਂ, ਕਿਤੇ ਗਲਤੀ ਨਾ ਕਰ ਲਿਓ, ਮੈਨੂੰ ਹੁਕਮ ਏ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਕੋਈ ਮਹਾਂਪੁਰਸ਼, ਜਿੱਥੇ ਰੱਬ ਦਾ ਭਜਨ ਕੀਰਤਨ ਹੁੰਦਾ ਹੈ, ਜੇ ਕਿਤੇ ਤੇਰੇ ਬੰਦੇ ਉੱਥੇ ਚਲੇ ਗਏ ਨਾ ਧਰਮਰਾਜ, ਤੇ ਤੂੰ ਵੀ ਨਹੀਂ ਛੁੱਟ ਸਕਦਾ, ਤੇ ਬੰਦਿਆਂ ਨੇ ਤਾਂ ਕੀ ਛੁੱਟਣਾ ਹੈ। ਬਹੁਤ ਬੁਰੀ ਹੋਏਗੀ ਜਮਦੂਤੋ। ਜਾਇਓ ਨਾ ਸੰਤਾਂ ਦੇ ਉਸ ਪੁਰੀ ਦੇ ਵਿੱਚ। ਨਾ ਹੋਂ ਨਾ ਤੂੰ ਨਹੀਂ ਛੁੱਟੇ, ਨਿਕਟ ਨਾ ਜਾਈਓ ਦੂਤ, ਦੇਖਿਓ ਕਿਤੇ ਗਲਤੀ ਨਾ ਕਰ ਲਿਓ। ਮਹਾਂਪੁਰਖਾਂ ਦੇ ਅਸਥਾਨ ਤੇ ਨਾ ਚਲੇ ਜਾਇਓ। ਬਹੁਤ ਬੁਰੀ ਹੋਏਗੀ ਤੁਹਾਡੀ ਤੇ ਮੇਰੀ। ਰਹਿਣ ਦਿਓ ਉਹਨੂੰ ਉੱਥੇ। ਉੱਥੇ ਅਸੀਂ ਜਾ ਨਹੀਂ ਸਕਦੇ, ਸਾਨੂੰ ਹੁਕਮ ਨਹੀਂ। ਉੱਥੇ ਭਜਨ ਦਾ ਪ੍ਰਤਾਪ ਇਹ ਨਾਮ ਦਾ ਹੈ। ਨਾ ਨੇੜੇ ਜਾਇਓ ਦੂਤੋ, ਹਰੀ ਕੀਰਤਨ ਦੇ ਪੜ੍ਹ ਲਓ। ਨਾ ਨੇੜੇ ਜਾਇਓ ਦੂਤੋ, ਹਰ ਕੀਰਤਨ ਦੇ। ਨਾ ਨੇੜੇ ਜਾਇਓ ਦੂਤੋ, ਹਰ ਕੀਰਤਨ ਦੇ। ਜਾਇਓ ਦੂਤੋ, ਹਰ ਕੀਰਤਨ ਦੇ। ਨਾ ਨੇੜੇ 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 ਜਾਇਓ ਦੂਤੋ, ਹਰ ਕੀਰਤਨ ਦੇ। ਹਰ ਕੀਰਤਨ ਦੇ, ਹਰ ਕੀਰਤਨ ਦੇ। ਕੀਰਤਨ ਦੇ, ਹਰ ਕੀਰਤਨ ਦੇ। ਹਰ ਕੀਰਤਨ ਦੇ, ਹਰ ਕੀਰਤਨ ਦੇ। ਹਰ ਕੀਰਤਨ ਦੇ, ਹਰ ਕੀਰਤਨ ਦੇ। ਨਾ ਨੇੜੇ ਜਾਇਓ ਦੂਤੋ, 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 ਹਰ ਕੀਰਤਨ ਦੇ। ਜੇ ਹਰ ਕੀਰਤਨ ਦੇ, ਹਰ ਕੀਰਤਨ ਦੇ। 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 ਨਾ ਨੇੜੇ ਜਾਇਓ ਦੂਤੋ, ਹਰ ਕੀਰਤਨ ਦੇ। ਨਾ
ਨਾ ਨੇੜੇ ਜਾਇਓ ਦੂਤੋ ਹਰ ਕੀਰਤਨ ਦੇ ਨਾ ਨੇੜੇ ਜਾਇਓ ਦੂਤੋ ਹਰ ਕੀਰਤਨ ਦੇ ਨਾ ਨੇੜੇ ਜਾਇਓ ਦੂਤੋ ਹਰ ਕੀਰਤਨ ਦੇ ਬਈ ਤੂੰ ਕਿਉਂ ਜਾਣਾ ਸੰਤਾਂ ਕੋਲ, ਤੈਨੂੰ ਕੀ ਮਿਲਦਾ ਹੈ? ਉਹਨੇ ਕਿਹਾ ਜੀ ਅਸੀਂ ਸੰਤਾਂ ਦੀ ਤੂੜੀ ਆ, ਅਸੀਂ ਸੰਤਾਂ ਦੀ ਸ਼ਰਨ ਆ, ਸਾਡੀ ਸੰਤ ਓਟ ਹੈ, ਸਾਡੀ ਤਾਕਤ ਹੈ, ਸੰਤ ਹਮਾਰੀ ਓਟ ਸਤਾਣੀ, ਸਾਡੇ ਤਾਂ ਗਹਿਣਾ ਨੇ ਮਹਾਂਪੁਰਸ਼, ਤਾਂ ਅਸੀਂ ਜਾਣੇ। ਜੇ ਗਹਿਣਾ ਨੇ ਸੰਤ ਓਟ ਦਿੱਤਾ ਕੀ? ਸੰਤਾਂ ਨੇ ਸਾਨੂੰ ਪੂੰਜੀ ਦਿੱਤੀ ਹੈ, ਨਾਮ ਦੀ, ਰਾਮ ਨਾਮ ਦੀ, ਬਾਣੀ ਦੀ, ਇਹ ਉਹਨਾਂ ਦੀ ਕਿਰਪਾ ਹੈ। ਸਾਡੇ ਧੋਖੇ ਚੱਕੇ ਗਏ। ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ। ਹੁਣ ਧਰਮਰਾਜ ਕੀ ਕਰੇਗਾ? ਸੰਤਾਂ ਨੇ ਲਿਖਾ ਹੀ ਪਾੜਤਾ ਸਾਡਾ। ਇਸ ਕਰਕੇ ਅਸੀਂ ਧੂੜਾ ਬਣਾ ਮਹਾਨੰਦ ਭੈ ਸੁਖ ਪਾਇਆ, ਬੜਾ ਆਨੰਦ ਮਿਲਿਆ, ਬੜੇ ਸੁਖ ਮਿਲਿਆ, ਸਾਧੂਆਂ ਦੀ ਸੰਗਤ ਚੋਂ ਬੜਾ ਸੁਖ ਮਿਲਿਆ, ਉਹਨਾਂ ਦੀ ਕਿਰਪਾ ਨਾਲ, ਸੰਤਨ ਕੇ ਪ੍ਰਸਾਦੇ। ਇੱਥੋਂ ਤਾਈਂ ਕਿਰਪਾ ਹੋ ਗਈ, ਸਾਡਾ ਹੁਣ ਰੱਬ ਨਾਲ ਮਨ ਬਣ ਗਿਆ, ਨਹੀਂ ਤਾਂ ਨਹੀਂ ਲੱਗ ਸਕਦਾ ਸੀ, ਨਹੀਂ ਜੁੜ ਸਕਦਾ ਸੀ, ਹੁਣ ਮਨ ਜੁੜ ਗਿਆ ਉਹਨਾਂ ਦੀ ਕਿਰਪਾ ਤੇ ਸੰਗਤ ਦੇ ਨਾਲ। ਰੰਗ ਰਤੇ ਬਿਸਮਾਦੇ ਬੈਠਾ ਪਾਪੀ ਸੰਤਾਂ ਦੀ ਪੁਰੀ ਵਿੱਚ ਰੱਬ ਦੇ ਗੁਣ ਗਾ ਰਿਹਾ, ਸੇਵਾ ਕਰ ਰਿਹਾ ਸਾਧੂਆਂ ਦੀ, ਤੇ ਦੁੱਖ ਸਹਿਣੇ ਸੀ ਨਰਕਾਂ ਦੇ, ਮਾਰ ਪੈਣੀ ਸੀ ਜਮਾਂ ਦੀ, ਤੇ ਬੜੇ ਨਰਕ ਸਹਿਣੇ ਪੈਣੇ ਸੀ, ਉਹ ਸਾਰੇ ਕੱਟੇ ਗਏ। ਬੜੀ ਮਹਿਮਾ ਦੱਸੀ ਗਈ ਹੈ ਸੰਤ ਸੰਗ ਦੀ। ਇਹ ਆਪਾਂ ਫਿਰ ਕਰਾਂਗੇ ਵਿਚਾਰ ਕਿ ਸੰਗਤ ਦੀ, ਸਾਧ ਸੰਗਤ ਦੀ ਦਾ ਫਲ ਕਿੰਨਾ ਹੋਊ। ਇਹ ਘੜੀਆਂ ਦਾ ਫਲ ਕਿੰਨਾ ਹੋਊ। ਕਹਿੰਦੇ ਬਹੁਤ ਵੱਡਾ ਮਹਾਤਮ ਹੈ ਸਤ ਸੰਗ ਦੀ ਘੜੀ ਦਾ, ਸਭ ਤੋਂ ਕੀਮਤੀ ਦੱਸੀ ਗਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਬਰਸ ਹੈ। ਅੱਜ 550 ਸਾਲ ਬਾਅਦ ਵੀ ਗੁਰੂ ਨਾਨਕ ਵੱਡੇ ਨਿਰੰਕਾਰ, ਵੱਡੇ ਪਾਤਸ਼ਾਹ, 10 ਜੋਤਾਂ ਸਾਡੇ ਗੁਰੂਆਂ ਦੀਆਂ ਹੋਈਆਂ ਨੇ, ਇੱਕੋ ਰੂਪ ਸੀ, ਫਰਕ ਨਹੀਂ ਮੰਨਣਾ। 10 ਗੁਰੂਆਂ ਦੀ ਇੱਕੋ ਜੋਤ ਸੀ। ਧੰਨ ਗੁਰੂ ਨਾਨਕ ਸਾਹਿਬ ਨੇ ਜੋ ਕਿਰਪਾ ਕੀਤੀਆਂ, ਜੋ ਸੰਸਾਰ ਨੂੰ ਉਤਾਰਿਆ। ਅੱਜ 550ਵਾਂ ਬਰਸ ਚੱਲ ਰਿਹਾ ਹੈ। ਇਹਦਾ ਪ੍ਰੋਗਰਾਮ ਬਣਾਇਆ, ਸੰਗਤਾਂ ਸਰਵਣ ਕਰ ਲੈਣ ਕਿ ਸਾਡੇ ਮਨ ਦੀ ਆਵਾਜ਼ ਸੀ ਕਿ ਸੁਲਤਾਨਪੁਰ ਦੇ ਵਿੱਚ ਮੁਸਲਮਾਨ ਨਿਵਾਜ ਕਰਨ, ਹਿੰਦੂ ਸੰਤ ਮਹਾਂਪੁਰਸ਼ ਸਭ ਧਰਮਾਂ ਦੇ ਆਪਣੇ ਆਪਣੇ ਧਰਮ ਅਨੁਸਾਰ ਪਰਮਾਤਮਾ ਦੀ ਉਸਤਤ ਸੋਭਾ ਕਰਨ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਨਹੀਂ ਰੋਕਿਆ ਸੀ, ਕਿਸੇ ਦੀਆਂ ਨਮਾਜ਼ਾਂ ਨਹੀਂ ਛਡਾਈਆਂ, ਕਿਸੇ ਦੀ ਭਗਵਾਨ ਦੀ ਪੂਜਾ ਨਹੀਂ ਛਡਾਈ। ਉਹਨੂੰ ਕਿਹਾ ਸੱਚਾ ਹੋ ਕੇ ਕਰ। ਉਹ ਵਿਰੋਧੀ ਨਹੀਂ ਸੀ ਕਿਸੇ ਦੇ। ਮੁਸਲਮਾਨ ਰਾਏ ਬੜਾਰ ਨਮਾਜ਼ ਹੀ ਕਰਦਾ ਰਿਹਾ ਹੈ। ਗੁਰੂ ਸਾਹਿਬ ਨੇ ਉਹਨੂੰ ਜਪਜੀ ਸਾਹਿਬ ਪੜ੍ਹਨ ਨਹੀਂ ਲਾਇਆ, ਉਹਨੂੰ ਕਿਹਾ ਤੇਰੀ ਨਮਾਜ਼ ਹੀ ਜਪਜੀ ਸਾਹਿਬ। ਸਾਰੇ ਆਪਣੀ ਆਪਣੀ ਇਬਾਦਤ ਕਰਦੇ ਰਹੇ ਨੇ, ਜਿੱਥੇ ਵੀ ਗਏ ਮੰਦਰਾਂ ਵਿੱਚ, ਸਭ ਥਾਵਾਂ ਤੇ। ਮੁਸਲਮਾਨਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਸੱਚੀ ਨਮਾਜ਼ ਕਰੋ,
ਇਹ ਨਹੀਂ ਮਨ ਕਿ ਤੁਹਾਡਾ ਹੋਰ ਹੀ ਕਿਤੇ। ਐਸੀ ਨਮਾਜ਼ ਪ੍ਰਵਾਨ ਨਹੀਂ ਹੁੰਦੀ। ਤੇ ਦੱਸਿਆ ਵੀ ਹੈ ਪਹਿਲੀ ਨਮਾਜ਼ ਸੱਚ ਦੀ, ਦੂਜੀ ਹਲਾਲ ਦੀ, ਤੀਜੀ ਖੈਰ ਖੁਦਾ ਤੋਂ ਮੰਗਣਾ ਹੈ, ਚੌਥੀ ਨੀਅਤ ਸਾਫ਼ ਕਰਨੀ, ਫਿਰ ਪੰਜਵੀਂ ਨਾਲ ਸਿਫਤਾਂ ਕਰ ਪਰਮਾਤਮਾ ਤੇਰੀਆਂ ਪ੍ਰਵਾਨ ਹੋਣਗੀਆਂ ਪੰਜੇ ਨਮਾਜ਼ਾਂ। ਬੁੱਲੇ ਸ਼ਾਹ ਕਹਿੰਦਾ ਵੀ ਸਿਰ ਤੇ ਟੋਪੀ ਤੇ ਨੀਅਤ ਖੋਟੀ, ਕਾਹਦਾ ਤੂੰ ਬੰਦਾ? ਉਹ ਕਹਿੰਦੇ ਸਿਰ ਤੇ ਚੋਟੀ ਤੇਰੇ ਪੰਡਤ ਬਣਿਆ ਹੈ, ਪਰ ਨੀਅਤ ਤੇਰੀ ਖੋਟੀ, ਤੂੰ ਕਾਹਦਾ ਪੰਡਤ? ਜੇ ਭੇਖ ਧਾਰਿਆ ਹੀ ਗੁਰਸਿੱਖੀ ਦਾ ਭੇਖ ਧਾਰਿਆ ਦੀ, ਗੁਰਸਿੱਖੀ ਵਾਲੇ ਕਰਮ ਕਰ। ਪੰਡਤ ਦਾ ਏ, ਮੌਲਵੀ ਦਾ ਏ, ਜਿਹੋ ਜਿਹਾ ਭੇਖ ਉਹੋ ਜਿਹੇ ਕਰਮ ਕਰ। ਇਸ ਕਰਕੇ ਬਾਬੇ ਨਾਨਕ ਨੂੰ ਸਾਰੀ ਮੰਨਦੇ ਪੂਜਦੇ ਨੇ। ਆਪਾਂ 2 ਮਿੰਟ ਦੀ ਹਾਜ਼ਰੀ ਲਾ ਕੇ ਫਿਰ ਸਮਾਪਤੀ ਕਰਨੀ ਹੈ, ਕਿਉਂਕਿ ਉਹਨਾਂ ਦੀ ਯਾਦ ਵਿੱਚ ਸਾਰੇ ਹੀ ਮੁਸਲਮਾਨ ਨਮਾਜ਼ ਕਰਨ, ਹਿੰਦੂ ਵੀਰ ਆਰਤੀ ਆਪਣੇ ਮਰਜ਼ਾਦਾ ਅਨੁਸਾਰ ਕਰਨ, ਈਸਾਈ ਜਿਹੜੇ ਨੇ, ਹੋਰ ਧਰਮਾਂ ਦੇ ਲੋਕ, ਹੋਰ ਸਾਧੂ ਸੰਨਿਆਸੀ ਉਦਾਸੀ, ਸਾਰੇ ਗੁਣ ਗਾਉਣ, ਕਿਉਂਕਿ ਬਾਬੇ ਨਾਨਕ ਦੀ ਸ਼ਰਨ ਵਿੱਚ ਸਾਰੇ ਸਾਧੂ ਸੰਤ ਆਉਂਦੇ ਆ। ਬਹੁਤ ਦੁਨੀਆ ਗੁਰੂ ਨਾਨਕ ਸਾਹਿਬ ਨੂੰ ਮੰਨਦੀ ਹੈ। ਇਹ 2 ਮਿੰਟ ਦੀ ਕਵਿਤਾ ਪੜ੍ਹ ਕੇ ਸਮਾਪਤੀ ਕਰਾਂਗੇ। ਜੀ ਤੈਨੂੰ ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ, ਤੈਨੂੰ ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ, ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ, ਤੈਨੂੰ ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ, ਤੈਨੂੰ ਮੋਮਨ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ, ਤੈਨੂੰ ਮੋਮਨ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ, ਮੋਮਨ ਸਾਰੇ ਬੋਲੋ ਆਖਦੇ ਸਾਡਾ ਨੂਰ ਇਲਾਹੀ ਤੂੰ, ਤੈਨੂੰ ਮੋਮਨ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ, ਤੈਨੂੰ ਮੁਸਲਮ ਸਜਦਾ ਕਰਦੇ ਨੇ, ਹਿੰਦੂ ਤੇਰੇ ਕਰਦੇ ਨੇ, ਮੁਸਲਮ ਸਜਦਾ ਕਰਦੇ ਨੇ, ਹਿੰਦੂ ਤੇਰੇ ਕਰਦੇ ਨੇ, ਮੁਸਲਿਮ ਸਜਦਾ ਕਰਦੇ ਨੇ, ਹਿੰਦੂ ਤੇਰੇ ਕਰਦੇ ਨੇ, ਮੁਸਲਿਮ ਸਜਦਾ ਕਰਦੇ ਨੇ, ਹਿੰਦੂ ਤੇਰੇ ਕਰਦੇ ਨੇ, ਉਹ ਸਿੱਖ ਆਖਣ ਗੁਰੂ ਸਾਡਾ ਪਰ ਸਭ ਦਾ ਸਾਂਝਾ ਤੂੰ, ਤੈਨੂੰ ਸਿੱਖ ਆਖਣ ਗੁਰੂ ਸਾਡਾ ਪਰ ਸਭ ਦਾ ਸਾਂਝਾ ਤੂੰ, ਤੈਨੂੰ ਸਿੱਖ ਆਖਣ ਗੁਰੂ ਸਾਡਾ ਪਰ ਸਭ ਦਾ ਸਾਂਝਾ ਤੂੰ, ਤੈਨੂੰ ਸਿੱਖ ਆਖਣ ਗੁਰੂ ਸਾਡਾ ਪਰ ਸਭ ਦਾ ਸਾਂਝਾ ਤੂੰ, ਤੈਨੂੰ ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ, ਤੈਨੂੰ ਮੁਸਲਮ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ, ਤੈਨੂੰ ਮੁਸਲਮ ਸਜਦਾ ਕਰਦੇ ਨੇ, ਹਿੰਦੂ ਤੇਰੇ ਕਰਦੇ ਨੇ, ਤੈਨੂੰ
मुस्लिम सजदा करदे ने हिंदू तेरे करदे ने ओ सिख आखन गुरु साडड़ा पर सब दा साजा तू जी सिख आखन गुरु साडड़ा पर सब दा साजा तू हिंदू सारे आखदे साडा राम कृष्ण है तू तेनू मोमन सारे आखदे साडा नूर इलाही तू तेनू हिंदू सारे आखदे साडा राम कृष्ण है तू तेनू मुसलम सारे आखदे साडा नूर इलाही तू तेनू मुस्लिम सजदा कर देने हिंदू तेरे कर देने मुस्लिम सजदा कर देने हिंदू तेरे कर देने जी सिख आखन गुरु साडड़ा पर सब दा साजा तू जी सिख आखन गुरु साडड़ा पर सब दा साजा तू तेनू हिंदू सारे आखदे साडा राम कृष्ण है तू तेनू मोमन सारे आखदे साडा नूर इलाही तू तेनू हिंदू सारे आखदे साडा राम कृष्ण है तू तेनू मुसलम सारे आखदे साडा नूर इलाही तू मुस्लिम सजदा कर देने हिंदू तेरे कर देने मुस्लिम सजदा कर देने हिंदू तेरे कर देने जी सिख आखन गुरु साडड़ा पर सब दा साजा तू जी सिख आखन गुरु साडड़ा पर सब दा साजा तू तेनू हिंदू सारे आखदे साडा राम कृष्ण है तू तेनू मोमन सारे आखदे साडा नूर इलाही तू जी तेनू सिख आखन गुरु साडड़ा पर सब दा साजा तू जी सिख आखन गुरु साडड़ा पर सब दा साजा तू कोई बोले राम राम कोई खुदाए कोई सेवे गोसैया कोई इलाए जपो कोई बोले राम राम कोई खुदाए कोई सेवे गोसैया कोई अलाए दूसरे आखदे साडा दा साजा तू जी सिख आखन गुरु साडड़ा पर सब दा साजा कोई बोले राम राम कोई खुदाए कोई सिवे गुसैया कोई अलाए सिख आखन गुरु साडड़ा पर सब दा साजा तू जी सिख आखन गुरु साडड़ा पर सब दा साजा तू कारण करण करी कृपा थार रही कारण करण करी बोलो कृपा तार रहीम तेनू
ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ ਤੈਨੂੰ ਹੀ ਸੁਣਨ ਸਾਰੇ ਆਖਦੇ ਸਾਡਾ ਨੂਰ ਇਲਾਹੀ ਕੋਈ ਨਾਵੇ ਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੈਨੂੰ ਮੁਸਲਮ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ ਜੀ ਕੋਈ ਪੜੇ वेद कोई कतीब कोई ओढ़नील कोई सुपेद ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੈਨੂੰ ਮੁਸਲਮ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ ਕੋਈ कहे पुरख कोई कहे ਹਿੰਦੂ कोई भाषे ਪਿਛਤ कोई सुरगिंदु ਹਿੰਦੂ ਸਾਰੇ ਆਖਦੇ ਸਾਡਾ ਰਾਮ ਕ੍ਰਿਸ਼ਨ ਹੈ ਤੂੰ ਤੈਨੂੰ ਮੁਸਲਮ ਸਾਰੇ ਆਖਦੇ ਸਾਡਾ ਨੂਰ ਇਲਾਹੀ ਤੂੰ ਕਹੋ ਨਾਨਕ ਜਿਨ ਹੁਕਮ पछाता प्रभ साहिब का तिन पीर जाता कहो नानक जिन हुक्म पछाता प्रभ साहिब का तिन पीर जाता ਸਿੱਖ ਆਖਣ ਕਣ ਗੁਰੂ ਸਾਡਾ ਪਰ ਸਭ ਦਾ ਸਾਜਾ ਤੂੰ ਜੀ ਸਿੱਖ ਆਖਣ ਗੁਰੂ ਸਾਡਾ ਪਰ ਸਭ ਦਾ ਸਾਜਾ ਤੂੰ हिंदू सारे आखदे साडा राम कृष्ण है तू तेनू मोमन सारे आखदे साडा नूर इलाही तू ਹਰ ਜਸ ਗਾਇਓ ਹਰ ਜਸ ਗਾਇਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ